बहुत ही प्यारे बच्चों, सब तो पहला मेरे ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਬਿੱਕਰ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਯੰਗੀ ਰਾਣਾ। ਸੋ ਅੱਜ ਆਪਾਂ ਸਾਡੇ 10ਵੀਂ ਜਮਾਤ ਦੇ ਪਾਠਕ੍ਰਮ ਵਿੱਚ ਦਰਜ ਸੂਫੀ ਸੰਤ ਸ਼ੇਖ ਫਰੀਦ ਜੀ ਦੀ ਰਚਨਾ ਦੀ ਵਿਆਖਿਆ ਕਰਾਂਗੇ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਗੁਰਮਤਿ ਕਾਵਿ ਦੀ ਅਸੀਂ ਵਿਆਖਿਆ ਕਰ ਚੁੱਕੇ ਹਾਂ। ਤੁਹਾਨੂੰ ਦੱਸਿਆ ਗਿਆ ਸੀ ਕਿ ਕਵਿਤਾ ਦੇ ਵਿੱਚੋਂ ਸਾਨੂੰ 3 ਕਿਸਮ ਦੇ ਪ੍ਰਸ਼ਨ ਆਉਂਦੇ ਹਨ। ਕਵਿਤਾ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਕਵਿਤਾ ਦਾ ਕੇਂਦਰੀ ਭਾਵ, ਕਾਵਿ ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ। ਸੋ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਤਾਂ ਇਹ ਤਿੰਨੇ ਕਿਸਮ ਦੇ ਪ੍ਰਸ਼ਨ ਲਗਭਗ ਸਾਡੇ ਤਿਆਰ ਹੋ ਜਾਂਦੇ ਹਨ। ਸੋ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੀ ਵਿਆਖਿਆ ਤੋਂ ਪਹਿਲਾਂ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰ ਰੱਖਾਂਗੇ। ਸ਼ੇਖ ਫਰੀਦ ਜੀ ਸੂਫੀ ਲਹਿਰ ਦੇ ਇਤਿਹਾਸ ਵਿੱਚ ਸ਼੍ਰੋਮਣੀ ਨਾਮ ਹੈ। ਆਪ ਦਾ ਜਨਮ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ਼ੇਖ ਜਮਾਲੋਦੀਨ ਸੁਲੇਮਾਨ ਅਤੇ ਮਾਤਾ ਦਾ ਨਾਂ ਮਰੀਅਮ ਸੀ। ਸੂਫੀਆਂ ਦੇ ਚਿਸ਼ਤੀ ਫਿਰਕੇ ਵਿੱਚ ਆਪ ਦਾ ਸਥਾਨ ਬਹੁਤ ਉੱਚਾ ਹੈ। ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਿਦ ਧਾਰ ਕੇ ਆਪ ਨੇ ਕਠਿਨ ਤਪੱਸਿਆ ਕੀਤੀ। ਬਾਬਾ ਫਰੀਦ ਜੀ ਦਾ ਰਹਿਣ ਸਹਿਣ ਬੜਾ ਹੀ ਸਬਰ ਸੰਤੋਖ ਅਤੇ ਗਰੀਬੀ ਵਾਲਾ ਸੀ। ਆਪ ਦਾ ਸੁਭਾਅ ਬਹੁਤ ਮਿੱਠਾ ਸੀ, ਇਸ ਲਈ ਆਪ ਨੂੰ ਗੰਜੇ ਸ਼ੱਕਰ ਭਾਵ ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ ਹੈ। ਆਪ ਦੀ ਪੰਜਾਬੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 112 ਸ਼ਲੋਕ ਅਤੇ 4 ਸ਼ਬਦ ਹਨ। ਆਪ ਦੀ ਕਵਿਤਾ ਵਿੱਚ ਮਨੁੱਖ ਨੂੰ ਸਦਾਚਾਰੀ ਜੀਵਨ ਜਿਉਣ ਲਈ ਸੁਨੇਹਾ ਹੈ। ਆਪ ਦੀ ਰਚਨਾ ਮਨੁੱਖੀ ਪਿਆਰ ਅਤੇ ਹਮਦਰਦੀ ਨਾਲ ਓਤ-ਪੋਤ ਹੈ। ਸੋ ਹੁਣ ਅਸੀਂ ਉਹਨਾਂ ਦੇ ਜੋ ਬਾਣੀ ਹੈ, ਸ਼ਲੋਕ ਮਿਲਦੇ ਹਨ। ਤਾਂ ਪਹਿਲਾ ਸ਼ਲੋਕ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਣ ਮੇ ਸਿਰ ਨੀਵਾਂ ਕਰ ਦੇਖ। ਮਨੁੱਖ ਨੂੰ ਸਿੱਖਿਆ ਦਿੰਦੇ ਹੋਏ ਫਰੀਦ ਜੀ ਕਹਿੰਦੇ ਹਨ ਕਿ ਹੇ ਮਨੁੱਖ, ਜੇ ਤੂੰ ਅਕਲ ਵਾਲਾ ਹੈ, ਕਹਿਣ ਦਾ ਭਾਵ ਕਿ ਜੇ ਤੂੰ ਬੁੱਧੀਮਾਨ ਹੈ ਤਾਂ ਬੁਰੇ ਕਰਮ ਨਾ ਕਰ। ਤਾਂ ਪਿਆਰੇ ਵਿਦਿਆਰਥੀਓ, ਬੁਰੇ ਕਰਮ ਕੀ ਹਨ? ਕਿਸੇ ਨੂੰ ਮਾਰਨਾ, ਕਿਸੇ ਦਾ ਦਿਲ ਦੁਖਾਉਣਾ, ਕਿਸੇ ਦੀ ਨਿੰਦਿਆ ਚੁਗਲੀ ਕਰਨੀ, ਇਸ ਤਰ੍ਹਾਂ ਦੇ ਸਾਰੇ ਸਾਡੇ ਬੁਰੇ ਕਰਮ ਹਨ। ਹਰੇਕ ਮਨੁੱਖ ਗਲਤੀਆਂ ਦਾ ਪੁਤਲਾ ਹੈ। ਹਰੇਕ ਮਨੁੱਖ ਤੋਂ ਗਲਤੀ ਹੋ ਜਾਂਦੀ ਹੈ, ਪਰ ਗਲਤੀ ਕਰਨ ਤੋਂ ਬਾਅਦ ਸਾਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ। ਤਾਂ ਫਰੀਦ ਜੀ ਕਹਿੰਦੇ ਹਨ ਕਿ ਆਪਣੇ ਸਾਰਿਆਂ ਵਿੱਚ ਹੀ ਗੁਨਾਹ ਹਨ। ਆਪ ਨੇੜੇ ਗਿਰਵਾਣ ਮੇ ਸਿਰ ਨੀਵਾਂ ਕਰ ਦੇਖ, ਕਿ ਮਨੁੱਖ ਨੂੰ ਆਪਣੇ ਆਪ ਦੀ ਪੜਚੋਲ ਕਰਨੀ ਚਾਹੀਦੀ ਹੈ, ਆਪਣੇ ਆਪ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਸੋ ਕੁੱਲ ਮਿਲਾ ਕੇ ਸਾਨੂੰ ਇਸ ਸ਼ਲੋਕ ਦੇ ਵਿੱਚ
ਸਿੱਖਿਆ ਮਿਲਦੀ ਹੈ ਕਿ ਸਾਨੂੰ ਬੁਰੇ ਕਰਮਾਂ ਨੂੰ ਛੱਡ ਕੇ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਆਪਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। ਕੁੱਲ ਮਿਲਾ ਕੇ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਰੂਹਾਨੀਅਤ ਦੀ ਗੱਲ ਕੀਤੀ। ਹੁਣ ਬੱਚਿਓ, ਰੂਹਾਨੀਅਤ ਦੀ ਗੱਲ ਆਪਾਂ ਆਮ ਕਹਿ ਦਿੰਦੇ ਹਾਂ ਜੇ ਆਪਾਂ ਗੁਰਮਤਿ ਦੇ ਵਿੱਚ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਰੂਹਾਨੀਅਤ ਦੀ ਅਦੁੱਤੀ ਮਿਸਾਲ ਸਨ। ਤਾਂ ਜਿਹੜੇ ਕਰਮ ਹੈ ਇਹ ਸਾਡਾ ਸਾਧਨ ਹਨ ਸੰਤ ਮਤ ਅਨੁਸਾਰ ਜਾਂ ਗੁਰਮਤਿ ਅਨੁਸਾਰ, ਅਤੇ ਰੂਹਾਨੀਅਤ ਸਾਡੀ ਮੰਜ਼ਿਲ ਹੈ। ਕਹਿਣ ਦਾ ਭਾਵ ਕਿ ਜਿਹੜੀ ਆਤਮਾ ਪ੍ਰਮਾਤਮਾ ਨਾਲੋਂ ਵਿਛੜੀ ਹੈ ਉਸ ਨੂੰ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨਾ ਹੈ। ਤਾਂ ਸਾਡੇ 'ਚ ਇਹ ਗੁਣ ਹੋਣੇ ਚਾਹੀਦੇ ਹਨ। ਸਾਡੇ ਕੰਮ ਹੈ ਜਿਹੜੇ ਸਾਡੇ ਕਰਮ ਹੈ ਉਹ ਚੰਗੇ ਹੋਣੇ ਚਾਹੀਦੇ ਹਨ। ਅੱਗੇ ਲਿਖਦੇ ਹਨ, ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਹੁਣ ਇੱਥੇ ਸਾਨੂੰ ਨਿਮਰਤਾ ਦਾ ਗੁਣ ਹੈ ਜਿਹੜਾ ਉਹ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੀ ਬਾਣੀ ਹੈ, ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਤਾਂ ਇਸੇ ਤਰ੍ਹਾਂ ਫਰੀਦ ਜੀ ਕਹਿੰਦੇ ਹਨ ਕਿ ਜੇ ਕੋਈ ਤੁਹਾਨੂੰ ਮਾਰਦਾ ਹੈ ਤਾਂ ਤੁਸੀਂ ਮੋੜ ਕੇ ਉਸ ਨੂੰ ਨਾ ਮਾਰੋ। ਕਹਿਣ ਦਾ ਭਾਵ ਕਿ ਬਦਲੇ ਦੀ ਭਾਵਨਾ ਜੋ ਆਪਣੇ ਅੰਦਰ ਨਹੀਂ ਹੋਣੀ ਚਾਹੀਦੀ। ਆਪ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਤਾਂ ਉਹਨਾਂ ਦੇ ਘਰ ਜਾ ਕੇ ਉਸ ਮਨੁੱਖ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਹੁਣ ਇੱਥੇ ਵੀ ਫਰੀਦ ਜੀ ਨੇ ਸਾਨੂੰ ਦੱਸਿਆ ਹੈ ਕਿ ਸਾਡੇ ਵਿੱਚ ਜਿਹੜਾ ਨਿਮਰਤਾ ਦਾ ਗੁਣ ਹੈ, ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ, ਇਹ ਧਾਰਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਅੱਗੇ ਲਿਖਦੇ ਹਨ, ਹੁਣ ਉਹਨਾਂ ਸਾਧੂਆਂ ਬਾਰੇ ਹੈ, ਆਪ ਵੀ ਫਰੀਦ ਜੀ ਨੇ ਕਈ ਸਾਲ ਜੰਗਲਾਂ 'ਚ ਇੱਧਰ ਉੱਧਰ ਘੁੰਮਦੇ ਰਹੇ ਸੀ, ਪਰ ਜੋ ਰੂਹਾਨੀਅਤ ਦੀ ਦੌਲਤ ਆਪ ਨੂੰ ਪ੍ਰਾਪਤ ਨਹੀਂ ਹੋਈ। ਆਪ ਨੂੰ ਰੂਹਾਨੀਅਤ ਦੀ ਦੌਲਤ ਕਿੱਥੋਂ ਪ੍ਰਾਪਤ ਹੋਈ? ਆਪਣੇ ਮੁਰਸ਼ਦ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸੀ ਜਿਹੜਾ, ਜਦੋਂ ਉਸ ਨੂੰ ਧਾਰ ਲਿਆ ਫਿਰ ਭਗਤੀ ਕੀਤੀ ਤਾਂ ਆਪ ਦਾ ਪ੍ਰਮਾਤਮਾ ਨਾਲ ਮੇਲ ਹੋਇਆ। ਤਾਂ ਫਰੀਦ ਜੀ ਲਿਖਦੇ ਹਨ ਕਿ ਇੱਧਰ ਉੱਧਰ ਜਾਣ ਨਾਲ ਕਈ ਸਾਧੂ ਲੋਕ ਵਣਾਂ 'ਚ ਚਲੇ ਜਾਂਦੇ ਹੈ, ਜੰਗਲਾਂ 'ਚ ਚਲੇ ਜਾਂਦੇ ਹੈ, ਆਪਣਾ ਘਰ ਛੱਡ ਦਿੰਦੇ ਹਨ। ਪਰ ਸੂਫੀ ਮਤ ਸਾਨੂੰ ਇਸ ਗੱਲ ਲਈ ਦੱਸਦਾ ਹੈ ਕਿ ਗ੍ਰਸਤੀ ਜੀਵਨ ਵੀ ਅਸੀਂ ਮਾਣਦੇ ਹੋਏ ਘਰ ਬੈਠ ਕੇ ਵੀ ਭਗਤੀ ਕੀਤੀ ਜਾ ਸਕਦੀ ਹੈ। ਜ਼ਰੂਰੀ ਨਹੀਂ ਜੰਗਲਾਂ ਵੇਲਿਆਂ 'ਚ ਜਾ ਕੇ ਹੀ ਭਗਤੀ ਹੋਵੇਗੀ। ਸਾਨੂੰ ਆਪਣਾ ਜੀਵਨ ਨਿਰਵਾਹ ਵੀ ਕਰਨਾ ਚਾਹੀਦਾ। ਤਾਂ ਇੱਥੇ ਦੱਸਦੇ ਹਨ, ਫਰੀਦਾ ਜੰਗਲ ਜੰਗਲ ਕਿਆ ਪਵੈ, ਬਣ ਕੰਡਾ ਮੋੜੇ, ਬੱਸੀ ਰੱਬ ਹੈ ਲੀਏ ਜੰਗਲ ਕਿਆ ਢੂੰਡੇ। ਕਿ ਜੰਗਲਾਂ ਦੇ ਵਿੱਚ ਪ੍ਰਮਾਤਮਾ ਨਹੀਂ, ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ, ਤੁਹਾਡੇ ਦਿਲ ਵਿੱਚ ਵਸਦਾ ਹੈ, ਅਤੇ ਅੰਦਰੋਂ ਹੀ ਇਹ ਪ੍ਰਾਪਤ ਹੋਵੇਗਾ। ਸੋ ਇੱਥੇ ਵੀ ਫਰੀਦ ਜੀ ਰੂਹਾਨੀਅਤ ਦੀ ਹੀ ਗੱਲ ਕਰਦੇ ਹਨ। ਅਗਲਾ ਜਿਹੜਾ ਸ਼ਲੋਕ ਹੈ, ਪ੍ਰਮਾਤਮਾ ਦੇ ਨਾਂ ਦੀ ਬੜੀ ਉਪਮਾ ਕੀਤੀ ਹੈ ਇਹਦੇ ਵਿੱਚ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਨਾਮ ਦੀ ਬੜੀ ਮਹਿਮਾ ਹੈ ਉਹ ਪ੍ਰਮਾਤਮਾ। ਤਾਂ ਫਰੀਦ ਜੀ ਕਹਿੰਦੇ ਹਨ,
ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਬੂਝਣ ਤੁਧ। ਦੁਨਿਆਵੀ ਚੀਜ਼ਾਂ ਸਾਡੇ ਕੋਲੇ ਸ਼ੱਕਰ ਹੈ, ਖੰਡ ਹੈ, ਮਿਸ਼ਰੀ ਹੈ, ਗੁੜ ਹੈ, ਸ਼ਹਿਦ ਹੈ, ਮਾਖਿਓ ਹੁੰਦਾ ਸ਼ਹਿਦ, ਤਾਂ ਦੁੱਧ ਹੈ। ਇਹ ਸਾਰੀਆਂ ਵਸਤੂਆਂ ਮਿੱਠੀਆਂ ਹੁੰਦੀਆਂ ਹਨ, ਪਰ ਪਰਮਾਤਮਾ ਦਾ ਨਾਮ ਉਸ ਤੋਂ ਵੀ ਮਿੱਠਾ ਹੈ। ਇਹ ਉਸ ਦੇ ਬਰਾਬਰ ਮਿੱਠੀਆਂ ਨਹੀਂ ਹੁੰਦੀਆਂ। ਕਹਿਣ ਦਾ ਭਾਵ ਕਿ ਉਹ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਸਾਨੂੰ ਚੱਖਣਾ ਚਾਹੀਦਾ ਹੈ। ਕਹਿਣ ਦਾ ਭਾਵ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਕਿਉਂਕਿ ਦੁਨੀਆ ਦੇ ਵਿੱਚ ਉਸ ਵਰਗੀ ਕੋਈ ਮਿਠਾਸ ਹੋਰ ਵਸਤੂਆਂ ਵਿੱਚ ਸਾਨੂੰ ਪ੍ਰਾਪਤ ਨਹੀਂ ਹੁੰਦੀ। ਤਾਂ ਇੱਥੇ ਵੀ ਫਰੀਦ ਜੀ ਨੇ ਨਾਮ ਜਪਣ 'ਤੇ ਜ਼ੋਰ ਦਿੱਤਾ ਹੈ, ਅਤੇ ਸਾਨੂੰ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਜਪਣਾ ਚਾਹੀਦਾ ਹੈ। ਅੱਗੇ ਫਰੀਦ ਜੀ ਦਾ ਸ਼ਲੋਕ ਹੈ, ਆਪ ਨੇ ਸਾਨੂੰ ਸਾਦਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ। ਆਪ ਨੇ ਵੀ ਜ਼ਿੰਦਗੀ ਭਰ ਸਾਦਾ ਜੀਵਨ ਬਤੀਤ ਕੀਤਾ, ਸਬਰ ਸੰਤੋਖ ਵਾਲਾ, ਕਿ ਜੋ ਪ੍ਰਮਾਤਮਾ ਸਾਨੂੰ ਦਿੰਦਾ ਹੈ ਉਸ ਦਾ ਸ਼ੁਕਰ ਕਰਨਾ ਚਾਹੀਦਾ। ਕੀ ਲਿਖਦੇ ਹੈ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਇੱਥੇ ਸਾਨੂੰ ਦੱਸਿਆ ਹੈ ਕਿ ਸਾਡਾ ਜਿਹੜਾ ਖਾਣ ਪਾਣ ਹੈ ਉਹ ਸਾਦਾ ਹੋਣਾ ਚਾਹੀਦਾ ਹੈ। ਕਹਿਣ ਦਾ ਭਾਵ ਕਿ ਸਾਡਾ ਭੋਜਨ ਜਿਹੜਾ ਮਸਾਲੇਦਾਰ, ਚਟਪਟਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਜਿੰਨਾ ਖਾਧੀ ਚੋਪੜੀ, ਕਹਿਣ ਦਾ ਭਾਵ ਕਿ ਜਿਹੜੇ ਜ਼ਿਆਦਾ ਖਾਂਦੇ ਹਨ ਜਾਂ ਚਟਪਟਾ ਭੋਜਨ ਖਾਂਦੇ ਹਨ, ਤਾਂ ਇਹ ਇਸ ਤਰ੍ਹਾਂ ਦਾ ਭੋਜਨ ਨੂੰ ਸੰਤ ਮਤ ਅਨੁਸਾਰ ਤਾਮਸਿਕ ਕਿਹਾ ਜਾਂਦਾ ਹੈ, ਜਿਹੜਾ ਕਿ ਸਾਡੇ ਸਰੀਰ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਵੈਸੇ ਵੀ ਜੇ ਅੱਜ ਦੇ ਯੁੱਗ 'ਚ ਗੱਲ ਕਰੀਏ ਆਪਾਂ, ਅੱਜ ਦੇ ਸਮੇਂ 'ਚ, ਕਿ ਜਦੋਂ ਅਸੀਂ ਮਸਾਲੇਦਾਰ ਚੀਜ਼ਾਂ ਖਾਂਦੇ ਹਾਂ ਤਾਂ ਕਾਫੀ ਸਾਨੂੰ ਕੋਈ ਪੇਟ ਦਾ ਰੋਗ, ਕੋਈ ਹੋਰ ਇਸ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਤਾਂ ਫਰੀਦ ਜੀ ਕਹਿੰਦੇ ਹਨ ਕਿ ਮੇਰੀ ਰੋਟੀ ਲੱਕੜ ਦੀ ਹੈ, ਮੈਂ ਇਸ ਨੂੰ ਦੇਖ ਕੇ ਹੀ ਮੇਰੀ ਭੁੱਖ ਲੈ ਜਾਂਦੀ ਹੈ। ਕਹਿਣ ਦਾ ਭਾਵ, ਕਿਉਂਕਿ ਪਿਆਰੇ ਬੱਚਿਓ, ਪਹਿਲਾਂ ਵੀ ਤੁਹਾਨੂੰ ਦੱਸਿਆ ਗਿਆ ਸੀ ਕਿ ਕਵਿਤਾ ਦੇ ਵਿੱਚ ਜਿਹੜਾ ਭਾਵ ਪ੍ਰਧਾਨ ਹੁੰਦਾ, ਤਾਂ ਸਾਨੂੰ ਉਸ ਕਵਿਤਾ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਜਿੰਨਾ ਖਾਧੀ ਚੋਪੜੀ, ਹੁਣ ਕੋਈ ਇਹਦਾ ਭਾਵ ਇਹ ਨਹੀਂ ਵੀ ਅਸੀਂ ਕੋਈ ਚੰਗੀ ਖੁਰਾਕ ਨਹੀਂ ਖਾਣੀ, ਜਾਂ ਘਿਓ ਨਹੀਂ ਲੈਣਾ, ਜਾਂ ਦੁੱਧ ਨਹੀਂ ਅਸੀਂ ਪੀਣਾ। ਕਹਿਣ ਦਾ ਭਾਵ ਕਿ ਜੇ ਅਸੀਂ ਚਟਪਟਾ ਭੋਜਨ ਖਾਵਾਂਗੇ, ਮਸਾਲੇਦਾਰ ਚੀਜ਼ਾਂ ਉਸ ਤਰ੍ਹਾਂ ਦੀਆਂ ਖਾਵਾਂਗੇ, ਘਣੇ ਸਹਿਣਗੇ ਦੁੱਖ, ਤਾਂ ਮਨੁੱਖ ਨੂੰ ਦੁੱਖ, ਰੋਗ ਲੱਗ ਜਾਣਗੇ। ਹੁਣ ਰੋਗ ਵੀ ਦੋ ਕਿਸਮ ਦੇ ਹੁੰਦੇ ਆ ਸੰਤ ਮਤ ਅਨੁਸਾਰ ਜਾਂ ਗੁਰਮਤ ਅਨੁਸਾਰ। ਇੱਕ ਤਾਂ ਸਰੀਰਕ ਰੋਗ ਹੈ, ਇੱਕ ਮਾਨਸਿਕ ਰੋਗ ਹੈ, ਜਿਹੜਾ ਸਾਡੀਆਂ ਮਨ ਦੀਆਂ ਆਸ਼ਾਵਾਂ, ਤ੍ਰਿਸ਼ਨਾਵਾਂ, ਕਾਮਨਾਵਾਂ, ਵਾਸ਼ਨਾਵਾਂ ਵਧਾਉਂਦਾ। ਉਹ ਉਸ ਤਰ੍ਹਾਂ ਦਾ ਭੋਜਨ ਸਾਨੂੰ ਨਹੀਂ ਵਰਤਣਾ ਚਾਹੀਦਾ। ਤਾਂ ਕੁੱਲ ਮਿਲਾ ਕੇ ਸਾਡੇ ਇੱਥੇ ਖਾਣ ਪੀਣ 'ਤੇ ਫਰੀਦ ਜੀ ਨੇ ਗੱਲ ਕੀਤੀ ਹੈ ਕਿ ਸਾਨੂੰ ਉਸ ਪ੍ਰਮਾਤਮਾ ਨੇ ਜੋ ਕੁਝ ਦਿੱਤਾ ਹੈ, ਸਾਨੂੰ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਸਾਦਾ ਭੋਜਨ ਖਾਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਗੇ ਹੈ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।
ਕਈ ਵਾਰ ਮਨੁੱਖ ਦੇ ਮਨ ਵਿੱਚ ਹੁੰਦਾ ਹੈ ਕਿ ਉਹ ਦੂਸਰਾ ਇਨਸਾਨ ਬਹੁਤ ਵਧੀਆ ਖਾਣੇ ਖਾਂਦਾ ਹੈ, ਕਈ ਕਿਸਮ ਦੇ ਖਾਣੇ ਖਾਂਦਾ ਹੈ ਜਾਂ ਕਈ ਕਿਸਮ ਦੀਆਂ ਸਬਜ਼ੀਆਂ ਹਨ, ਪਰ ਦੂਸਰੇ ਪਾਸੇ ਫਰੀਦ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ। ਉਸ ਤਰ੍ਹਾਂ ਅਸੀਂ ਕਈ ਬਾਜ਼ਾਰ ਦੇ ਵਿੱਚ ਠੰਡੀਆਂ ਵਸਤੂਆਂ ਵਰਤਦੇ ਹਾਂ, ਠੰਡੇ ਵਗੈਰਾ ਪੀਂਦੇ ਹਾਂ, ਪਰ ਅਸਲੀ ਪਿਆਸ ਸਾਡੀ ਸਾਦਾ ਪਾਣੀ ਹੀ ਬੁਝਾਉਂਦਾ ਹੈ। ਤਾਂ ਰੋਟੀ ਖਾਣ ਤੋਂ ਬਾਅਦ ਰੋਟੀ ਕਿਸ ਤਰ੍ਹਾਂ ਦੀ ਸਾਡੀ ਹੋਵੇ? ਸਾਦੀ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤਾਂ ਲੋਕਾਂ ਵੱਲ ਦੇਖ ਕੇ ਸਾਡੇ ਮਨ 'ਚ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਹੋਣਾ ਚਾਹੀਦਾ, ਅਤੇ ਪਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਅਸੀਂ ਪੇਟ ਭਰ ਕੇ ਰੋਟੀ ਖਾਧੀ ਹੈ। ਕਿਉਂਕਿ ਸਾਡੇ ਦੇਸ਼ ਅੰਦਰ, ਹੋਰ ਦੇਸ਼ਾਂ ਅੰਦਰ ਇਸ ਤਰ੍ਹਾਂ ਦੇ ਮਨੁੱਖ ਵੀ ਹਨ ਕਿ ਕਈ ਵਾਰੀ ਰੋਟੀ ਵੀ ਨਸੀਬ ਨਹੀਂ ਹੁੰਦੀ, ਭੁੱਖੇ ਹੀ ਸੜਕਾਂ 'ਤੇ ਸੌਂ ਜਾਂਦੇ ਹਨ। ਸਾਨੂੰ ਪਰਮਾਤਮਾ ਨੇ ਖਾਣਾ ਤਾਂ ਦਿੱਤਾ ਹੈ, ਤਾਂ ਸਾਦਾ ਖਾਣਾ ਖਾਣ 'ਤੇ ਜ਼ੋਰ ਦਿੱਤਾ ਹੈ ਸੂਫੀ ਸੰਤਾਂ ਨੇ ਵੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਅਸੀਂ ਆਮ ਹੀ ਪੜ੍ਹਦੇ ਹਾਂ ਕਿ ਭਾਈ ਲਾਲੋ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਦਾ ਭੋਜਨ ਖਾਧਾ। ਮਲਕ ਭਾਗੋ ਨੂੰ ਵੀ ਸਿੱਖਿਆ ਦਿੱਤੀ ਕਿ ਜੋ ਇਹ ਸਾਦਾ ਭੋਜਨ ਹੈ, ਮੈਨੂੰ ਖਾ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਦਾ ਭਾਈ ਲਾਲੋ ਦਾ ਮੈਨੂੰ ਬਹੁਤ ਅੱਛਾ ਲੱਗਦਾ ਹੈ, ਇਸ ਲਈ ਮੈਂ ਉਹਨਾਂ ਦੇ ਘਰ ਰੋਟੀ ਖਾਂਦਾ ਹਾਂ। ਤਾਂ ਬੇਟੇ, ਆਪਣੇ ਸੱਭਿਆਚਾਰ ਵੱਲ, ਆਪਣੇ ਵਿਰਸੇ ਵੱਲ ਵੀ ਜੇ ਨਿਗਾਹ ਮਾਰੀਏ ਤਾਂ ਜੋ ਪ੍ਰਮਾਤਮਾ ਸਾਨੂੰ ਸਾਦਾ ਭੋਜਨ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਵੱਲੋਂ, ਸਾਨੂੰ ਉਹਦਾ ਸ਼ੁਕਰ ਕਰਕੇ ਖਾ ਲੈਣਾ ਚਾਹੀਦਾ ਹੈ। ਤਾਂ ਖਾਣ ਪਾਣ ਵੱਲ ਇੱਥੇ ਖਾਸ ਧਿਆਨ ਦਿੱਤਾ, ਇਸ ਨਾਲ ਸਾਡਾ ਸਰੀਰ ਵੀ ਠੀਕ ਰਹਿੰਦਾ ਹੈ। ਸਾਡਾ ਸਰੀਰ ਠੀਕ ਹੋਵੇਗਾ, ਅਸੀਂ ਫਿਰ ਹੀ ਮਾਨਸਿਕ ਰੋਗਾਂ ਤੋਂ ਵੀ ਬਚ ਸਕਦੇ ਹਾਂ, ਕਿਉਂਕਿ ਸਰੀਰ ਦਾ ਮਨ ਦਾ ਸੰਬੰਧ। ਤਾਂ ਉਸ ਤਰ੍ਹਾਂ ਦਾ ਭੋਜਨ ਨਾ ਹੋਵੇ ਕਿ ਜਿਹੜਾ ਸਾਡੇ ਅੰਦਰ ਜ਼ਿਆਦਾ ਨੀਂਦ ਆਉਣੀ ਜਾਂ ਉਸ ਤਰ੍ਹਾਂ ਇਹਦੇ ਨਾਲ ਸੁਸਤੀ ਆਉਂਦੀ ਹੈ। ਹਲਕਾ ਫੁਲਕਾ ਭੋਜਨ ਹੋਵੇ, ਉਹਦੇ ਨਾਲ ਸਰੀਰ ਵੀ ਚੁਸਤ ਰਹਿੰਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ। ਜਿਵੇਂ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਘੱਟ ਖਾਧੇ ਦਾ, ਘੱਟ ਖਰਚੇ ਦਾ, ਘੱਟ ਸੁੱਤੇ ਦਾ ਕਦੇ ਵੀ ਕਿਸੇ ਨੂੰ ਕੋਈ ਪਛਤਾਵਾ ਨਹੀਂ ਹੁੰਦਾ। ਬਾਣੀ 'ਚ ਵੀ ਲਿਖਿਆ, ਘੱਟ ਸੌਣਾ, ਘੱਟ ਖਾਣਾ ਤੇ ਪਰਮਾਤਮਾ ਦਾ ਨਾਮ ਜਪਣਾ। ਹੁਣ ਘੱਟ ਖਾਣ ਤੋਂ ਕੋਈ ਇਹ ਨਹੀਂ ਭਾਵ ਤੁਹਾਡੀ ਬੱਚੇ ਜਿਵੇਂ ਉਮਰ ਹੈ, ਮਤਲਬ ਲੋੜ ਤੋਂ ਥੋੜ੍ਹਾ ਘੱਟ ਖਾਧਾ ਜਾਵੇ। ਜੇ ਜ਼ਿਆਦਾ ਖਾਓਗੇ ਤਾਂ ਕਈ ਪੇਟ ਨੂੰ ਬੜਾ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਜਿੰਨੀ ਉਹਦੀ ਸਮਰੱਥਾ ਹੈ, ਤਾਕਤ ਹੈ, ਉਹਨੇ ਓਨਾ ਹੀ ਹਾਜ਼ਮ ਕਰਨਾ। ਤਾਂ ਸਾਨੂੰ ਇਸ ਤਰ੍ਹਾਂ ਦੇ ਜਿਹੜਾ ਤਾਮਸਿਕ ਭੋਜਨ ਤੋਂ ਬਚਣਾ ਚਾਹੀਦਾ। ਅੱਗੇ ਮਨੁੱਖ ਨੂੰ ਸਿੱਖਿਆ ਦਿੰਦੇ ਹੋਏ ਲਿਖਦੇ ਹਨ, ਅਸੀਂ 24 ਘੰਟਿਆਂ ਦੇ 8 ਪਹਿਰ ਬਣਾਉਂਦੇ ਹਾਂ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਤਾਂ 24 ਘੰਟਿਆਂ ਨੂੰ 12 ਘੰਟੇ ਉਹਨਾਂ ਨੇ ਰਾਤ ਦੇ ਕਿਹਾ, 12 ਘੰਟੇ ਦਿਨ ਦੇ ਕਿਹਾ। 24 ਘੰਟਿਆਂ ਦੇ ਵਿੱਚ ਅਸੀਂ ਪਰਮਾਤਮਾ ਦਾ ਜਿਹੜਾ ਨਾਮ ਹੈ ਉੱਪਰ ਵੀ ਦੱਸ ਚੁੱਕੇ ਹੈ, ਉਸ ਵੱਲ ਨਹੀਂ ਜਾਂਦੇ। ਤਾਂ ਕਿਸ ਤਰ੍ਹਾਂ ਫਰੀਦ ਜੀ ਲਿਖਦੇ ਹਨ,
ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਹੁਣ ਮਨੁੱਖ ਨੂੰ ਤਕੀਦ ਕਰਦੇ ਹਨ, ਕਿਉਂਕਿ ਜਿਹੜਾ ਇਹ ਮਨੁੱਖੀ ਜਨਮ ਹੈ ਸਰਵ ਸ੍ਰੇਸ਼ਟ ਜੂਨੀ ਗਿਣੀ ਗਈ ਹੈ ਸਾਰੀਆਂ ਜੂਨੀਆਂ ਤੋਂ, 84 ਲੱਖ ਜੂਨਾਂ ਤੋਂ, ਕਿ 24 ਘੰਟੇ ਕੀ ਕੀਤਾ, ਇੱਧਰ ਉੱਧਰ ਤੁਰ ਫਿਰ ਕੇ ਦਿਨ ਗੁਜ਼ਾਰਤਾ ਨੱਠ ਭੱਜ 'ਚ, ਤੇ ਰਾਤ ਸੌਂ ਕੇ ਗੁਜ਼ਾਰਤੀ। ਤਾਂ ਲੇਖਾ ਰੱਬ ਮੰਗੇਸੀਆ, ਤਾਂ ਰੱਬ ਦੇ ਘਰ ਅੰਤ ਵੇਲੇ ਆਪਾਂ ਜਾਵਾਂਗੇ ਤਾਂ ਉੱਥੇ ਦਾ ਹਿਸਾਬ ਹੋਵੇਗਾ ਸਾਡੇ ਕਰਮਾਂ ਦਾ, ਵੀ ਤੈਨੂੰ ਕਿਹੜੇ ਕੰਮ ਕਰਨ ਲਈ ਭੇਜਿਆ ਸੀ, ਕਿਹੜੇ ਕਰਮ ਤੋਂ ਭਾਵ ਵੀ ਉਹ ਪਰਮਾਤਮਾ ਦੇ ਨਾਮ ਦੀ ਭਗਤੀ ਨਹੀਂ ਕੀਤੀ, ਇਹ ਸਾਨੂੰ ਪੁੱਛਿਆ ਜਾਵੇਗਾ। ਸੋ ਕਹਿਣ ਦਾ ਭਾਵ ਫਰੀਦ ਜੀ ਦਾ ਕਿ ਸਾਨੂੰ ਪਰਮਾਤਮਾ ਦਾ ਨਾਮ ਵੀ 24 ਘੰਟਿਆਂ ਦੇ ਵਿੱਚੋਂ ਕੁਝ ਘੰਟੇ ਇਸ ਭਗਤੀ ਵੱਲ, ਪਰਮਾਤਮਾ ਦੀ ਭਗਤੀ ਵੱਲ ਲਾਉਣੇ ਚਾਹੀਦੇ ਹਨ। ਕੁੱਲ ਮਿਲਾ ਕੇ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਵੀ ਰੂਹਾਨੀਅਤ ਦੀ ਗੱਲ ਕੀਤੀ ਹੈ। ਹੁਣ ਮਨੁੱਖ ਨੂੰ ਅੱਗੇ ਸਮਝਾਉਂਦੇ ਹਨ, ਫਰੀਦਾ ਜਿੰਨੀ ਕਮੀ ਨਾ ਗੁਣ, ਤੇ ਕਮੜੇ ਵਸਾਰ, ਮਤ ਸ਼ਰਮੰਦਾ ਥੀਵੀਏ ਸਾਈਂ ਦੇ ਦਰਬਾਰ। ਫਰੀਦ ਜੀ ਕਹਿੰਦੇ ਹਨ ਮਨੁੱਖ ਨੂੰ ਸਿੱਖਿਆ ਦਿੰਦੇ ਹੋਏ ਕਿ ਉਹ ਕੰਮ ਸਾਨੂੰ ਛੱਡ ਦੇਣੇ ਚਾਹੀਦੇ ਹਨ ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਗੁਣ ਹੀ ਨਹੀਂ, ਔਗਣ ਹੀ ਔਗਣ ਹਨ। ਕਿਉਂਕਿ ਜੇ ਅਸੀਂ ਬੁਰੇ ਕਰਮ ਕਰਾਂਗੇ ਤਾਂ ਸਾਨੂੰ ਉਸ ਪਰਮਾਤਮਾ ਦੇ ਦਰਬਾਰ ਵਿੱਚ ਸ਼ਰਮਿੰਦੇ ਹੋਣਾ ਪਵੇਗਾ, ਤਾਂ ਸਾਡਾ ਉੱਥੇ ਹਿਸਾਬ ਕਿਤਾਬ ਹੋਵੇਗਾ। ਪਹਿਲੇ ਵੀ ਸ਼ਲੋਕ 'ਚ ਕਹਿ ਚੁੱਕੇ ਹਨ ਕਿ ਰੱਬ ਦੇ ਘਰੇ ਦਾ ਲੇਖਾ ਜੋਖਾ ਹੋਵੇਗਾ, ਹਿਸਾਬ ਮੰਗਿਆ ਜਾਵੇਗਾ, ਤਾਂ ਸਾਨੂੰ ਉੱਥੇ ਕੋਈ ਗੱਲ ਨਹੀਂ ਆਉਣੀ। ਇੱਥੇ ਵੀ ਹੁਣ ਸਦਾਚਾਰਕ ਗੁਣਾਂ ਦੀ ਗੱਲ ਕਰਦੇ ਹਨ ਕਿ ਬੁਰੇ ਕਰਮ ਹੈ ਜਿਹੜੇ ਉਹ ਸਾਨੂੰ ਛੱਡ ਦੇਣੇ ਚਾਹੀਦੇ ਹਨ, ਅਤੇ ਚੰਗੇ ਕਰਮ ਹੈ ਜਿਹੜੇ ਅਪਣਾਉਣੇ ਚਾਹੀਦੇ ਹਨ। ਕਹਿਣ ਦਾ ਭਾਵ ਕਿ ਸਾਨੂੰ ਉਹ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਾਂ ਜੋ ਸਾਨੂੰ ਕਿਸੇ ਕਿਸਮ ਦੀ ਉੱਥੇ ਪਰਮਾਤਮਾ ਦੇ ਘਰ ਦੇ ਵਿੱਚ ਸ਼ਰਮ ਮਹਿਸੂਸ ਨਾ ਹੋਵੇ, ਅਤੇ ਅਸੀਂ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚ ਸਕੀਏ। ਅੱਗੇ ਫਰੀਦ ਜੀ ਸਾਡੇ ਬਾਣੇ ਬਾਰੇ, ਸਾਡੇ ਪਹਿਰਾਵੇ ਬਾਰੇ ਗੱਲ ਕਰਦੇ ਹਨ, ਕਿਉਂਕਿ ਸੂਫੀ ਮੱਤ ਦੇ ਵਿੱਚ ਵੀ ਉਸ ਸਮੇਂ 'ਤੇ ਕਈ ਸਾਧੂ ਲੋਕ ਕਾਲੇ ਕੱਪੜੇ ਹੀ ਪਾ ਕੇ ਆਪਣੇ ਆਪ ਨੂੰ ਸਾਧੂ ਖਵਾਉਂਦੇ ਸਨ, ਸੰਤ ਖਵਾਉਂਦੇ ਸਨ। ਤਾਂ ਫਰੀਦ ਜੀ ਨੇ ਕਿਹਾ ਕਿ ਇਸ ਤਰ੍ਹਾਂ ਜਿਹੜਾ ਪਹਿਰਾਵਾ ਪਾਉਣ ਨਾਲ ਮਨੁੱਖ ਕੋਈ ਸੰਤ ਨਹੀਂ ਬਣ ਜਾਂਦਾ। ਤਾਂ ਕੀ ਲਿਖਦੇ ਹਨ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਕਹਿਣ ਦਾ ਭਾਵ ਕਿ ਪਹਿਰਾਵੇ ਨਾਲ ਰੂਹਾਨੀਅਤ ਦਾ ਕੋਈ ਸੰਬੰਧ ਨਹੀਂ। ਪਹਿਰਾਵਾ ਤੁਹਾਡਾ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ, ਕਿ ਕਾਲੇ ਕੱਪੜੇ ਪਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਮੈਨੂੰ ਹੀ ਪਤਾ ਹੈ ਕਿ ਮੈਂ ਪੜਚੋਲ ਕੀਤੀ ਹੈ ਆਪਣੇ ਆਪ ਦੀ, ਕਿ ਮੇਰੇ 'ਚ ਗੁਨਾਹ ਹੀ ਗੁਨਾਹ ਹਨ, ਤਾਂ ਲੋਕਾਂ ਨੂੰ ਦਿਖਾਉਣ ਲਈ ਅਸੀਂ ਸਾਧੂ ਬਣੇ ਫਿਰਦੇ ਹਾਂ। ਦਰਵੇਸ਼ ਦਾ ਅਰਥ ਸਾਧੂ। ਸੋ ਇੱਥੇ ਫਰੀਦ ਜੀ ਨੇ ਸਿੱਖਿਆ ਦਿੱਤੀ ਹੈ ਮਨੁੱਖ ਨੂੰ ਕਿ ਸਾਨੂੰ ਸਾਦੇ ਪਹਿਰਾਵਾ
ਪਹਿਨ ਕੇ ਵੀ ਅਸੀਂ ਪ੍ਰਮਾਤਮਾ ਦੀ ਭਗਤੀ ਕਰ ਸਕਦੇ ਹਾਂ। ਅਤੇ ਕਿਸੇ ਅਡੰਬਰ ਰਚਨ ਨਾਲ ਜਾਂ ਕੋਈ ਵੀ ਪਹਿਰਾਵਾ ਅਸੀਂ ਬਣਾਈਏ ਕਿ ਇਸ ਤਰ੍ਹਾਂ ਦਾ ਪਹਿਨਣ ਨਾਲ ਕੋਈ ਸੰਤ ਬਣ ਜਾਏਗਾ, ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਸਾਨੂੰ ਪ੍ਰਮਾਤਮਾ ਦੀ ਭਗਤੀ ਹੀ ਸੱਚੇ ਦਿਲੋਂ ਕਰਨੀ ਚਾਹੀਦੀ ਹੈ। ਕੋਈ ਨਾਟਕ ਉਹਦੇ ਘਰ ਨਹੀਂ ਚੱਲਦਾ। ਤਾਂ ਇੱਥੇ ਵੀ ਫਰੀਦ ਜੀ ਰੂਹਾਨੀਅਤ ਦੀ ਹੀ ਗੱਲ ਕਰਦੇ ਹਨ। ਵੈਸੇ ਵੀ ਆਪਾਂ ਦੇਖਿਆ ਜਾਵੇ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਸ਼ਲੋਕ ਵੀ ਦਰਜ ਹਨ, ਸ਼ਬਦ ਵੀ ਹੈ। ਤਾਂ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਰੂਹਾਨੀਅਤ ਦੀ ਹੀ ਗੱਲ ਹੋਈ ਹੈ ਕਿ ਕਿਸ ਤਰ੍ਹਾਂ ਅਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ, ਕਿਵੇਂ ਅਸੀਂ ਪ੍ਰਮਾਤਮਾ ਤੱਕ ਰਸਾਈ ਕਰ ਸਕਦੇ। ਇਸੇ ਤਰ੍ਹਾਂ ਅੱਗੇ ਲਿਖਦੇ ਹਨ ਕਿ ਜਿਹੜਾ ਗੁੱਸੇ ਦਾ ਸਾਡੇ 'ਚ ਵਿਕਾਰ ਹੈ, 5 ਵਿਕਾਰਾਂ 'ਚ ਇਹ ਵੀ ਗਿਣਿਆ ਜਾਂਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁੱਸੇ ਨੂੰ ਕ੍ਰੋਧ ਕਿਹਾ ਹੈ ਕਿ ਮਨੁੱਖ ਨੂੰ ਇਹ ਵਿਕਾਰ ਵੀ ਛੱਡਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਸਮੇਂ ਅਨੁਸਾਰ ਡਾਕਟਰ ਵੀ ਕਹਿੰਦੇ ਹਨ ਕਿ ਜਦੋਂ ਤੁਸੀਂ ਗੁੱਸੇ 'ਚ ਹੁੰਦੇ ਹੋ ਤਾਂ ਤੁਹਾਡੇ ਸਰੀਰ ਦੇ ਅੰਦਰ, ਤੁਹਾਡੇ ਖੂਨ ਦੇ ਵਿੱਚ ਜ਼ਹਿਰ ਦੀ ਮਾਤਰਾ ਜਿਹੜੀ ਉਹ ਵੱਧ ਜਾਂਦੀ ਹੈ। ਗੁੱਸੇ ਦੇ ਵਿੱਚ ਸਾਨੂੰ ਚੰਗੇ ਬੁਰੇ ਦਾ ਕਈ ਵਾਰੀ ਪਹਿਚਾਣ ਨਹੀਂ ਹੁੰਦੀ। ਤਾਂ ਫਰੀਦ ਜੀ ਲਿਖਦੇ ਹਨ, ਫਰੀਦਾ ਬੁਰੇ ਦਾ ਭਲਾ ਕਰ। ਕੋਈ ਤੁਹਾਡੇ ਨਾਲ ਬੁਰਾ ਵੀ ਕਰਦਾ ਹੈ ਤਾਂ ਬਦਲੇ ਦੀ ਭਾਵਨਾ ਨਾ ਰੱਖ, ਉਹਦਾ ਵੀ ਭਲਾ ਕਰ। ਗੁੱਸਾ ਮਨ ਨਾ ਲੈ। ਗੁੱਸਾ ਬਿਲਕੁਲ ਵੀ ਮਨ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ। ਅਸੀਂ ਵੈਸੇ ਵੀ ਜੇ ਸਾਰੇ ਸੋਚ ਗਏ ਕਿ ਗੁੱਸਾ ਆਉਣ ਨਾਲ ਸਾਡਾ ਕਿੰਨਾ ਨੁਕਸਾਨ ਹੁੰਦਾ ਹੈ, ਤਾਂ ਸ਼ਾਇਦ ਕੋਈ ਮਨੁੱਖ ਗੁੱਸਾ ਕਰੇ ਵੀ ਨਾ। ਦੇਹੀ ਰੋਗ ਨਾ ਲੱਗੇ। ਸਾਡੀ ਦੇਹ ਨੂੰ ਕੋਈ ਰੋਗ ਹੀ ਨਹੀਂ ਲੱਗਦਾ, ਪੱਲੇ ਸਭ ਕੁਛ ਪਾਈ। ਅਤੇ ਉਹ ਰੂਹਾਨੀਅਤ ਦੀ ਦੌਲਤ, ਪੱਲੇ ਸਭ ਕੁਛ, ਉਹ ਰੂਹਾਨੀਅਤ ਦੀ ਦੌਲਤ, ਉਹ ਸੱਚੀ ਦੌਲਤ, ਉਹ ਵੀ ਸਾਨੂੰ ਮਿਲ ਜਾਵੇਗੀ, ਸਾਡੇ ਪੱਲੇ ਪੈ ਜਾਵੇਗੀ ਉਹ ਪ੍ਰਮਾਤਮਾ ਦੇ ਘਰੋਂ। ਸੋ ਸਾਨੂੰ ਇੱਥੇ ਵੀ ਫਰੀਦ ਜੀ ਨੇ ਕਿਹਾ ਕਿ ਗੁੱਸਾ ਜਿਹੜਾ ਵਿਕਾਰ ਹੈ ਸਾਨੂੰ ਇਹ ਛੱਡਣਾ ਚਾਹੀਦਾ ਹੈ, ਤਾਂ ਸਾਡੀ ਸਿਹਤ ਵੀ ਚੰਗੀ ਰਹੇਗੀ ਅਤੇ ਉਹ ਸਾਨੂੰ ਰੂਹਾਨੀਅਤ ਦੀ ਦੌਲਤ ਵੀ ਪ੍ਰਾਪਤ ਹੋਵੇਗੀ। ਸੋ ਇੱਥੇ ਵੀ ਰੂਹਾਨੀਅਤ ਦੀ ਹੀ ਆਪਨੇ ਗੱਲ ਕੀਤੀ ਹੈ। ਅੱਗੇ ਕਈ ਵਾਰ ਅਸੀਂ ਸੋਚਦੇ ਹਾਂ ਕਿ ਸ਼ਾਇਦ ਮੈਂ ਹੀ ਦੁਖੀ ਹਾਂ। ਤਾਂ ਬਹੁਤ ਸੰਤਾਂ ਨੇ ਕਿਹਾ ਹੈ ਕਿ ਹਰੇਕ ਇਨਸਾਨ ਨੂੰ ਇੱਥੇ ਜਿਹੜਾ ਆਉਂਦਾ ਹੈ, ਦੋਨੋਂ ਦੁੱਖ ਵੀ ਆਉਂਦੇ ਹਨ ਅਤੇ ਸੁੱਖ ਵੀ ਭੋਗਦਾ ਹੈ। ਦੁੱਖ ਅਤੇ ਸੁੱਖ ਉਹਦੇ ਨਾਲ ਹੀ ਆਉਂਦੇ ਹਨ। ਦੁੱਖ ਆਉਂਦਾ ਹੈ, ਸੁੱਖ ਆ ਜਾਂਦਾ, ਸੁੱਖ ਆਉਂਦਾ ਹੈ, ਦੁੱਖ। ਸਾਨੂੰ ਇਸ 84 ਜੂਨ ਤੋਂ ਹੀ ਮੁਕਤ ਕਰਨਾ ਚਾਹੁੰਦੇ ਹਨ ਸੰਤ ਮਹਾਤਮਾ। ਤਾਂ ਸਾਨੂੰ ਇਹੀ ਨਹੀਂ ਸੋਚਣਾ ਚਾਹੀਦਾ ਵੀ ਸਾਰਾ ਦਿਨ ਸ਼ਾਇਦ ਮੈਂ ਹੀ ਦੁਖੀ ਹਾਂ। ਹਰੇਕ ਇਨਸਾਨ ਹੀ ਦੁਖੀ ਹੈ। ਕੀ ਲਿਖਦੇ ਹਨ? ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ। ਹਰੇਕ ਇਨਸਾਨ ਨੂੰ ਅੱਗ, ਕਿਹੜੀ ਅੱਗ? ਕਾਮਨਾਵਾਂ ਦੀ ਅੱਗ, ਵਾਸ਼ਨਾਵਾਂ ਦੀ ਅੱਗ, ਤ੍ਰਿਸ਼ਨਾਵਾਂ ਦੀ ਅੱਗ। ਇਹ ਸਾਡੇ ਹਮੇਸ਼ਾ ਸਾਨੂੰ ਇੱਕੋ ਗੇੜ 'ਚ ਹੀ ਪਾਈ ਰੱਖਦੀ ਹੈ। 84 ਲੱਖ ਗੇੜ 'ਚ ਕਰਮ ਕੀਤਾ, ਬੁਰਾ ਕੀਤਾ, ਚੰਗਾ ਕੀਤਾ, ਫਿਰ ਅਸੀਂ ਇਸੇ ਕਰਮ ਦੇ ਵਿੱਚ। ਤਾਂ ਚੰਗਾ ਕਰਮ, ਸਰਵ ਸ੍ਰੇਸ਼ਟ ਕਰਮ ਕਿਹੜਾ ਹੈ?
ਸੰਤ ਮਤ ਅਨੁਸਾਰ ਜਾਂ ਗੁਰਮਤ ਅਨੁਸਾਰ ਸਭ ਤੋਂ ਚੰਗਾ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਤਾਂ ਉੱਚੇ ਚੜ੍ਹ ਕੇ ਦੇਖਿਆ, ਕਹਿੰਦੇ ਜਦੋਂ ਭਗਤੀ ਹੋਈ, ਮੈਂ ਉੱਪਰ ਰਸਾਈ ਹੋਈ ਮੇਰੀ, ਤਾਂ ਮੈਨੂੰ ਪਤਾ ਲੱਗਿਆ ਕਿਹੜੀ ਕਾਮਨਾਵਾਂ, ਤ੍ਰਿਸ਼ਨਾਵਾਂ, ਵਾਸ਼ਨਾਵਾਂ ਦੀ ਅੱਗ ਹੈ ਔਰ ਇੱਕ ਮਨੁੱਖ ਦੇ ਅੰਦਰ ਹੈ। ਤਾਂ ਹੁਣ ਇੱਥੇ ਸਾਨੂੰ ਸਿੱਖਿਆ ਦਿੱਤੀ ਹੈ, ਫਰੀਦ ਜੀ ਦੇ ਕਹਿਣ ਦਾ ਭਾਵ ਹੈ ਕਿ ਇਸ ਅੱਗ ਤੋਂ, ਇਹਨਾਂ ਕਾਮਨਾਵਾਂ, ਵਾਸ਼ਨਾਵਾਂ, ਤ੍ਰਿਸ਼ਨਾਵਾਂ ਤੋਂ ਸਾਨੂੰ ਛੁਟਕਾਰਾ ਪਾਉਣਾ ਚਾਹੀਦਾ ਹੈ। ਇਸ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਪਰਮਾਤਮਾ ਦੀ ਭਗਤੀ ਕਰਕੇ, ਪਰਮਾਤਮਾ ਦਾ ਨਾਮ ਜਪ ਕੇ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਗੁਰਮਤਿ ਕਾਵਿ ਦੇ ਵਿੱਚ, ਉਹਨਾਂ ਨੇ ਵੀ ਇੱਕ ਥਾਂ ਲਿਖਿਆ ਸੀ, ਨਾਨਕ ਦੁਖੀਆ ਸਭ ਸੰਸਾਰ। ਮਹਾਤਮਾ ਬੁੱਧ ਜੀ ਨੇ ਵੀ ਕਿਹਾ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ। ਹੁਣ ਇਹਨਾਂ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ? ਉਹਨਾਂ ਨੇ ਅੱਗੇ ਲਿਖਿਆ ਸੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਤਾਂ ਇਹਨਾਂ ਕਾਮਨਾਵਾਂ, ਵਾਸ਼ਨਾਵਾਂ ਦੀ ਅੱਗ ਤੋਂ ਕਿਵੇਂ ਬਚ ਸਕਦੇ ਹਾਂ? ਪਰਮਾਤਮਾ ਦਾ ਨਾਮ ਜਪ ਕੇ, ਤਾਂ ਜੋ ਸਾਨੂੰ ਜਿਹੜੀ ਮੁਕਤੀ ਹੈ ਉਹ ਮਿਲ ਸਕੇ। ਸੋ ਇੱਥੇ ਵੀ ਆਪਣੇ ਰੂਹਾਨੀਅਤ ਦੀ ਹੀ ਗੱਲ ਕੀਤੀ ਹੈ। ਅੱਗੇ ਫਰੀਦ ਜੀ ਲਿਖਦੇ ਹਨ, ਫਰੀਦਾ ਹੋ ਬੁਲਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੰਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਤਾਂ ਰੱਬ ਪ੍ਰਤੀ ਸਾਡਾ, ਉਸ ਪਰਮਾਤਮਾ ਪ੍ਰਤੀ ਸਾਡਾ ਵਿਸ਼ਵਾਸ ਹੋਣਾ ਚਾਹੀਦਾ। ਫਰੀਦ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਪੰਛੀਆਂ ਤੋਂ ਸਦਕੇ ਜਾਂਦਾ ਹਾਂ, ਜੰਗਲਾਂ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਘਰ ਵੀ ਕੋਈ ਨਹੀਂ, ਚੋਗ ਚੁਗਦੇ ਹਨ, ਉਹਨਾਂ ਦੀਆਂ ਛਾਵਾਂ ਵੀ ਜ਼ਿਆਦਾ ਨਹੀਂ, ਚੋਗ ਚੁਗ ਕੇ ਚਲੇ ਜਾਂਦੇ ਹਨ, ਹੋਰ ਪੰਛੀ ਆਉਂਦੇ ਹਨ, ਉਹ ਵੀ ਚੁਗ ਲੈਂਦੇ ਹਨ। ਪਰ ਮਨੁੱਖ ਆਪਣੇ ਪਾਸ ਚੀਜ਼ਾਂ ਨੂੰ ਜਮ੍ਹਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਸੋ ਇਹਨਾਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਤਾਂ ਉਸ ਪਰਮਾਤਮਾ ਉੱਪਰ ਭਰੋਸਾ ਵੀ ਹੋਣਾ ਚਾਹੀਦਾ ਹੈ। ਉਸ ਪਰਮਾਤਮਾ 'ਤੇ ਭਰੋਸਾ ਕਿਵੇਂ ਬਣਦਾ ਹੈ? ਉਹਦਾ ਨਾਮ ਜਪ ਕੇ। ਇੱਥੇ ਫਰੀਦ ਜੀ ਇਹੀ ਉਦਾਹਰਨ ਦਿੰਦੇ ਹਨ ਕਿ ਪੰਛੀ ਵੀ ਸਾਡੇ ਤੋਂ ਚੰਗੇ ਹਨ, ਕੰਕਰ ਚੁਗਦੇ ਹਨ ਕਈ ਪੰਛੀ, ਥਲ ਦੇ ਵਿੱਚ ਵੱਸਦੇ ਹਨ, ਕੋਈ ਘਰ ਨਹੀਂ, ਰੱਬ ਨਾ ਛੋਡਣ ਪਾਸ। ਤਾਂ ਫਿਰ ਵੀ ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੈ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਭੋਜਨ ਮਿਲਦਾ ਰਹੇਗਾ। ਕਹਿਣ ਦਾ ਭਾਵ ਸਾਨੂੰ ਰੱਬ ਦਾ ਆਸਰਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਇਤਿਹਾਸ ਦੇ ਵਿੱਚ ਵੀ ਸਾਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸੇ ਨੇ ਵੀ ਜਦੋਂ ਪਰਮਾਤਮਾ 'ਤੇ ਉਹ ਭਰੋਸਾ ਕੀਤਾ ਤਾਂ ਉਹਦਾ ਹਰੇਕ ਕੰਮ ਸ਼ੁਭ ਹੋਇਆ ਔਰ ਉਹ ਦੁੱਖਾਂ ਦਾ ਜਿਹੜਾ ਇਹ ਸੰਸਾਰ ਹੈ, ਭਵ ਸਾਗਰ ਹੈ, ਇਸ ਨੂੰ ਪਾਰ ਕਰ ਗਈ। ਅੱਗੇ ਲਿਖਦੇ ਹਨ ਕਿ ਸਾਨੂੰ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ, ਗਾਲੀ ਗਲੋਚ ਨਹੀਂ ਕਰਨੀ ਚਾਹੀਦੀ। ਤਾਂ ਕੀ ਲਿਖਦੇ ਹਨ, ਇੱਕ ਫਿੱਕਾ ਨਾ ਗਾਲੀਏ, ਸਭਨਾ ਮੈਂ ਸੱਚਾ ਤਣੀ, ਹਾਉ ਨਾ ਕੇਈ ਠਾਏ, ਮਾਨਕ ਸਭ ਅਮੋਲ ਵੇ। ਕਿ ਜੋ ਮਨੁੱਖ ਦੇ ਦਿਲ ਹਨ ਜਾਂ ਮਨੁੱਖ ਹਨ, ਇਹਨਾਂ ਦੀ ਕੋਈ ਕੀਮਤ ਨਹੀਂ। ਹਰੇਕ ਮਨੁੱਖ ਦੇ ਦਿਲ ਵਿੱਚ ਪਰਮਾਤਮਾ ਵਸਦਾ ਹੈ। ਇਸ ਲਈ ਸਾਨੂੰ ਕਿਸੇ ਨੂੰ ਵੀ ਮੰਦਾ ਨਹੀਂ ਬੋਲਣਾ ਚਾਹੀਦਾ। ਸਭਨਾ ਮੈਂ ਸੱਚਾ ਤੈਨੂੰ, ਕਹਿਣ ਦਾ ਭਾਵ ਕਿ ਇੱਕ ਵੀ ਮਾੜਾ ਬਚਨ ਕਿਸੇ ਨੂੰ ਨਾ ਬੋਲੋ, ਕਿਉਂਕਿ ਸਾਰਿਆਂ ਵਿੱਚ ਉਸ ਮਾਲਕ ਦਾ ਵਾਸਾ ਹੈ। ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਸਾਰੇ ਜੀਵ ਹੀ ਉਸ ਪਰਮਾਤਮਾ ਦੇ ਅਮੋਲ ਮੋਤੀ ਹਨ। ਕਹਿਣ ਦਾ ਭਾਵ ਕਿ ਰਚਨਾ ਵੀ ਜਿਹੜੀ ਪਰਮਾਤਮਾ ਨੇ ਬਣਾਈ ਹੈ, ਇਸ ਲਈ ਸਾਨੂੰ ਕਿਸੇ ਵੀ ਮਨੁੱਖ ਦਾ ਦਿਲ ਨਹੀਂ ਤੋੜਨਾ ਚਾਹੀਦਾ, ਕਿਉਂਕਿ ਉਹ
ਪ੍ਰਮਾਤਮਾ ਹੀ ਸਾਡਾ ਸੱਚਾ ਪਿਤਾ ਹੈ, ਤਾਂ ਸਾਨੂੰ ਉਸ ਪ੍ਰਮਾਤਮਾ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰੇਕ ਨਾਲ ਅੱਛਾ ਵਰਤਾਓ ਕਰਨਾ ਚਾਹੀਦਾ ਹੈ। ਸਾਡਾ ਜੀਵਨ ਵੀ ਖੁਸ਼ੀਆਂ ਭਰਿਆ ਹੋਵੇਗਾ। ਸੋ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ, ਹਮੇਸ਼ਾ ਮਿੱਠੇ ਬੋਲਣਾ ਚਾਹੀਦਾ ਹੈ ਅਤੇ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ। ਸੋ ਪਿਆਰੇ ਬੱਚਿਓ, ਉਪਰੋਕਤ ਸ਼ਲੋਕਾਂ ਦੀ ਜੋ ਆਪਾਂ ਵਿਆਖਿਆ ਕੀਤੀ ਹੈ, ਤਾਂ ਇਸ ਅਨੁਸਾਰ ਸਾਨੂੰ ਆਪਣੀ ਜ਼ਿੰਦਗੀ ਵੀ ਜਿਉਣੀ ਚਾਹੀਦੀ ਹੈ। ਇਹਨਾਂ ਗੱਲਾਂ 'ਤੇ ਅਮਲ ਕਰਨਾ ਚਾਹੀਦਾ ਹੈ। ਆਪਣੇ ਅੰਦਰ ਇਹ ਗੁਣ ਪੈਦਾ ਕਰਨੇ ਚਾਹੀਦੇ ਹਨ, ਤਾਂ ਜੋ ਅਸੀਂ ਵੀ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਸ ਪਰਮਾਤਮਾ ਵੱਲੋਂ ਜੋ ਸਾਨੂੰ ਇਹ ਜੀਵਨ ਬਖਸ਼ਿਆ ਗਿਆ ਹੈ, ਇਸ ਜੀਵਨ ਦੇ ਦੌਰਾਨ ਉਹ ਰੂਹਾਨੀਅਤ ਦੀ ਦੌਲਤ ਵੀ ਸਾਨੂੰ ਪ੍ਰਾਪਤ ਹੋਵੇ। ਸੋ ਕੁੱਲ ਮਿਲਾ ਕੇ ਫਰੀਦ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ ਸਦਾਚਾਰਕ ਗੁਣ ਪੈਦਾ ਕਰਨੇ ਤੇ ਰੂਹਾਨੀਅਤ ਦੀ ਹੀ ਗੱਲ ਕੀਤੀ ਹੈ। ਸ਼ੇਖ ਫਰੀਦ ਜੀ ਵੀ ਰੂਹਾਨੀਅਤ ਦੀ ਅਦੁੱਤੀ ਮਿਸਾਲ ਸਨ। ਸੋ ਧੰਨਵਾਦ। ਇਸ ਤੋਂ ਬਾਅਦ ਪਿਆਰੇ ਬੱਚਿਓ, ਜਿਹੜੇ ਸਾਡੀ ਪਾਠ ਪੁਸਤਕ ਸਫਾ ਨੰਬਰ 30 'ਤੇ ਅਭਿਆਸ ਪ੍ਰਸ਼ਨ ਦਿੱਤੇ ਗਏ ਹਨ, ਕੁਝ ਸ਼ਲੋਕ ਦਿੱਤੇ ਗਏ ਹਨ, ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਔਖੇ ਸ਼ਬਦਾਂ ਦੇ ਅਰਥ ਵੀ ਲਿਖ ਲੈਣੇ ਹਨ। ਧੰਨਵਾਦ ਜੀ।